ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਬਹੁਤ ਸਾਰੇ ਲੋਕਾਂ ਦੇ ਜ਼ਹਿਨ ਦੇ ਵਿੱਚ ਇਹ ਸਵਾਲ ਆ ਰਹੇ ਨੇ ਕਿ ਸ਼ੰਭੂ ਬਾਰਡਰ ਤੇ ਲੱਗਿਆ ਮੋਰਚਾ ਹੁਣ ਖਿਲਰਨਾ ਸ਼ੁਰੂ ਹੋ ਗਿਆ ਹੈ, ਕਿਉਂਕਿ ਮੀਡੀਆ ਦੇ ਵਿੱਚ ਅਜਿਹੀਆਂ ਖਬਰਾਂ ਲਗਾਤਾਰ ਫੈਲਾਈਆਂ ਜਾ ਰਹੀਆਂ ਨੇ, ਜਾਂ ਕਹਿ ਸਕਦੇ ਹਾਂ ਕਿ ਸਰਕਾਰਾਂ ਸੋਚੀਆਂ ਸਮਝੀਆਂ ਸਾਜ਼ਿਸ਼ਾਂ ਦੇ ਤਹਿਤ ਨੌਜਵਾਨਾਂ ਦੀ ਇਕਜੁੱਟਤਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ, ਤਾਂ ਜੋ ਜਵਾਨ, ਕਿਸਾਨ ਅਤੇ ਮਜ਼ਦੂਰ ਏਕਤਾ ਦਾ ਗੱਠਜੋੜ ਤੋੜਿਆ ਜਾ ਸਕੇ ਅਤੇ ਨੌਜਵਾਨੀ ਜੋ ਆਪਣੀ ਜ਼ਿੱਦ ਤੇ ਅੜ ਗਈ ਹੈ ਉਸ ਨੂੰ ਕਿਸੇ ਤਰੀਕੇ ਮੋੜਿਆ ਜਾ ਸਕੇ। ਪਰ ਇਹ ਨੌਜਵਾਨੀ ਹੁਣ ਮੁੜਨ ਵਾਲੀ ਨਹੀਂ। ਬੇਸ਼ੱਕ ਇਹਨਾਂ ਨੌਜਵਾਨਾਂ ਦੇ ਅੰਦਰ ਆਪਣੇ ਆਪਣੇ ਵਿਚਾਰਾਂ ਨੂੰ ਲੈ ਕੇ ਕੁਝ ਵਿਚਾਰਕ ਮਤਭੇਦ ਹੋ ਸਕਦੇ ਨੇ, ਪਰ ਮੋਰਚਾ ਬਾਦਸਤੂਰ ਜਾਰੀ ਹੈ ਤੇ ਹਰ ਕੋਈ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਖੜਿਆ ਹੈ। ਕਿਸੇ ਤਰ੍ਹਾਂ ਦਾ ਕਿਸੇ ਦੇ ਨਾਲ ਕੋਈ ਵੀ ਪਾੜ ਨਹੀਂ ਪਿਆ ਹੋਇਆ। ਕਿਸਾਨੀ ਦੇ ਘੋਲ ਨਾ ਤਾਂ ਮੈਂ ਕਦੇ ਲੜੀ ਆ, ਨਾ ਮੈਨੂੰ ਪਤਾ ਆ, ਨਾ ਮੈਂ ਕਿਸਾਨੀ ਕੀਤੀ, ਪਰ ਦਿਲੋਂ ਹਮਦਰਦੀ ਆ, ਦਿਲੋਂ ਦਰਦ ਆ। ਕਿਉਂਕਿ ਮੈਂ ਇੱਕ ਕਿਸਾਨ ਦੀ ਧੀ ਆ ਤੇ ਮੈਂ ਕਾਲੇ ਬਿੱਲਾਂ ਦੇ ਵਿਰੋਧ ਆ। ਮੈਂ ਕੱਲ ਸ਼ੰਭੂ ਬਾਰਡਰ ਤੇ ਸੀਗੀ, ਸਾਰਿਆਂ ਨੂੰ ਪਤਾ ਆ। ਮੈਸੇਜ ਮੀਡੀਆ ਨੇ ਬੜਾ ਗਲਤ ਫੈਲਾ ਦਿੱਤਾ ਕਿ ਸਾਰੇ ਜਾਣੇ ਅੱਡ-ਪਾੜ ਹੋ ਗਏ। ਕੋਈ ਅੱਡ-ਪਾੜ ਨਹੀਂ ਹੈਗਾ ਜੀ, ਇਕੱਠੇ ਆ। ਕੁਝ ਵਿਚਾਰਧਾਰਕ ਮਤਭੇਦ ਹੋ ਸਕਦੇ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਐਡਵੋਕੇਟ ਸਿਮਰਨਜੀਤ ਕੌਰ ਗਿੱਲ। ਤੇ ਦੋਸਤੋ, ਸਭ ਤੋਂ ਪਹਿਲਾਂ ਜਿਹੜੀ ਮੈਂ ਜ਼ਰੂਰੀ ਗੱਲ ਕਰਨੀ ਆ ਕਿ ਪਹਿਲੇ ਦਿਨ ਤੋਂ ਜਦੋਂ ਤੋਂ ਕਿਸਾਨੀ ਦੇ ਘੋਲ ਦੇ ਵਿੱਚ ਮੈਂ ਨਿੱਜੀ ਤੌਰ ਤੇ ਮੈਂ ਤੇ ਜਿਹੜੀ ਮੇਰੀ ਟੀਮ ਹੈਗੀ ਆ ਯੂਥ ਆਫ ਪੰਜਾਬ ਦੀ, ਫਾਈਟ ਫॉर ਰਾਈਟ ਦੀ ਜਾਂ ਬਚਪਨ ਬਚਾਓ ਮੁਹਿੰਮ ਜਿਹੜੀਆਂ ਮੈਂ ਮੁਹਿੰਮ ਚਲਾ ਰਹੀ ਹਾਂ, ਇਹਦੀ ਟੀਮ ਹੈਗੀ ਹੈ। ਜਿਹੜੇ ਸਾਡੇ ਮੇਰੇ ਸਾਥੀ ਨੇ, ਚਾਹੇ ਉਹ ਕੁਝ ਡਾਕਟਰ ਨੇ, ਕੁਝ ਵਕੀਲ ਨੇ ਜਾਂ ਕੁਝ ਹੋਰ ਕੰਮਕਾਰ ਕਰਦੇ ਨੇ, ਉਹ ਸਾਰਿਆਂ ਨੇ ਅਸੀਂ ਰਾਤ ਬੈਠ ਕੇ ਮੀਟਿੰਗ ਕੀਤੀ। ਰਾਤ ਬੈਠ ਕੇ ਅਸੀਂ ਗੱਲਾਂ ਕੀਤੀਆਂ ਤੇ ਅਸੀਂ ਸਾਰਾ ਜੋ ਸਿਸਟਮ ਚੱਲ ਰਿਹਾ ਉਹਨੂੰ ਐਨਾਲਿਸਿਸ ਕੀਤਾ। ਤਾਂ ਅਸੀਂ ਜਿਹੜੀ ਮੇਰੀ ਖਾਸ ਕਰ ਟੀਮ ਆ, ਤਾਂ ਅਸੀਂ ਇਸ ਨਤੀਜੇ ਤੇ ਪਹੁੰਚੇ ਆ ਕਿ ਠੀਕ ਹੈ ਕਿ ਸਾਨੂੰ ਸਾਡੇ ਘੋਲ ਦਾ ਐਕਸਪੀਰੀਅੰਸ ਹੋ ਸਕਦੇ ਆ। ਜਿਵੇਂ ਕਿ ਜਿਹੜਾ ਬੱਚਿਆਂ ਦੇ ਨਾਲ ਕਿਤੇ ਗਲਤ ਹੁੰਦਾ ਆ, ਤਾਂ ਉਹਨਾਂ ਚੀਜ਼ਾਂ ਦੀ ਮੈਨੂੰ ਐਕਸਪੀਰੀਅੰਸ ਹੈ ਕਿ ਉਸ ਚੀਜ਼ ਨੂੰ ਕਿਵੇਂ ਟੈਕਲ ਕਰਨਾ ਆ। ਜਾਂ ਜਦੋਂ ਕਿਸੇ ਦੇ ਨਾਲ ਡੋਮੈਸਟਿਕ ਵਾਇਲੈਂਸ ਜਾਂ ਪੁਲਿਸ, ਸਿੰਪਲ ਜੀ ਗੱਲ ਆ, ਜਿਹੜੀਆਂ ਚੀਜ਼ਾਂ ਦਾ ਮੈਨੂੰ ਪਤਾ ਆ। ਕਿਸਾਨੀ ਦੇ ਘੋਲ ਨਾ ਤਾਂ ਮੈਂ ਕਦੇ ਲੜੀ ਆ, ਨਾ ਮੈਨੂੰ ਪਤਾ ਆ, ਨਾ ਮੈਂ ਕਿਸਾਨੀ ਕੀਤੀ, ਪਰ ਦਿਲੋਂ ਹਮਦਰਦੀ ਆ, ਦਿਲੋਂ ਦਰਦ ਆ। ਕਿਉਂਕਿ ਮੈਂ ਇੱਕ ਕਿਸਾਨ ਦੀ ਧੀ ਆ ਤੇ ਮੈਂ ਕਾਲੇ ਬਿੱਲਾਂ ਦੇ ਵਿਰੋਧ ਆ। ਤੇ ਮੈਨੂੰ ਜਦੋਂ ਕਿਸਾਨ ਸਾਡੇ ਸੜਕਾਂ ਤੇ ਇੰਨੀ ਦੇਰ ਤੋਂ ਉਤਰੇ ਹੋਏ ਆ, ਅੱਜ ਅਸੀਂ ਆ ਕੇ ਨੁਕਤਾਚੀਨੀ ਕਰੀਏ, ਉਹ ਚੀਜ਼ਾਂ ਮੈਨੂੰ ਸਹੀ ਨਹੀਂ ਲੱਗੀਆਂ। ਮੈਂ ਕੱਲ ਸ਼ੰਭੂ ਬਾਰਡਰ ਤੇ ਸੀਗੀ, ਸਾਰਿਆਂ ਨੂੰ ਪਤਾ ਆ। ਮੈਸੇਜ ਮੀਡੀਆ ਨੇ ਬੜਾ ਗਲਤ ਫੈਲਾ ਦਿੱਤਾ ਕਿ ਸਾਰੇ ਜਾਣੇ ਅੱਡ-ਪਾੜ ਹੋ ਗਏ। ਕੋਈ ਅੱਡ-ਪਾੜ ਨਹੀਂ ਹੈਗਾ ਜੀ, ਇਕੱਠੇ ਆ। ਕੁਝ ਵਿਚਾਰਧਾਰਕ ਮਤਭੇਦ ਹੋ ਸਕਦੇ ਆ, ਮੇਰੇ ਵੀ ਬਹੁਤ ਸਾਰੇ ਆ। ਕੁਝ ਮੇਰੇ ਮਤਭੇਦ ਦੀਪਵੀਰ ਨਾਲ ਵੀ ਕੁਝ ਚੀਜ਼ਾਂ ਤੇ ਹੈਗੇ, ਜਿਵੇਂ ਉਹ ਕਹਿੰਦੇ ਆ ਕਿ ਰਿਲਾਇੰਸ ਜੀਓ ਦੇ ਨਾਲ ਕੁਝ ਨਹੀਂ ਹੋਣਾ ਘਿਰਾਓ ਕਰਕੇ। ਮੈਂ ਕਹਿੰਦੀ ਆ ਸਟਰੋਂਗਲੀ ਕਿ ਵਿਦਰੋਹ ਹੁੰਦਾ ਆ, ਚਾਹੇ ਇੱਕ ਬੰਦਾ ਘਰ ਦੇ ਵਿੱਚ ਬੈਠ ਕੇ ਕਰੇ। ਦੂਜੀ ਗੱਲ ਜਿਹੜੀ ਹੈਗੀ ਆ ਰੇਲਵੇ ਟਰੈਕ ਰੋਕਣ ਦੀ, ਮੈਂ ਉਸ ਨੂੰ ਵੀ ਕਦੇ ਨਹੀਂ, ਕਿਉਂਕਿ ਮੈਂ ਕਿਸਾਨ ਜਥੇਬੰਦੀਆਂ ਦੇ ਹਰ ਹੁਕਮ ਨੂੰ ਇਨ-ਬਿਨ ਮੰਨਣ ਦੀ ਗੱਲ ਕੀਤੀ ਆ। ਮੇਰੀ ਉਹਨਾਂ ਨਾਲ ਵਖਰੇਵਾਂ ਸਿਰਫ ਇੱਕ ਗੱਲ ਦੇ ਉੱਤੇ ਆ ਕਿ ਇਕੱਲੀ MSP ਦੀ ਲੜਾਈ ਅਸੀਂ ਨਹੀਂ ਲੜਨੀ। ਸਾਡੀ ਲੜਾਈ ਦੇ ਵਿੱਚ ਜੇ MSP ਪੱਕੀ ਖਰੀਦ, ਠੀਕ ਹੈ, ਪੱਕੀ ਖਰੀਦ ਤੇ ਆਪਣਾ ਕੀ ਬੋਲਦੇ ਆ ਕਿ ਜੇ ਕੋਈ ਕੁਦਰਤੀ ਆਫਤ ਹੋ ਜਾਂਦੀ ਆ ਤਾਂ ਉਸ ਚੀਜ਼ ਦੇ ਵਿੱਚ ਕਿਸਾਨ ਨੂੰ ਮੁਆਵਜ਼ਾ ਮਿਲੇ, ਤੇ ਇਹ ਸਾਰੀਆਂ ਚੀਜ਼ਾਂ ਸ਼ਾਮਲ ਹਨ। ਤੇ ਬਾਕੀ ਸਾਡੇ ਕੋਲ, ਮੈਂ ਜਿੰਨਾ ਸਾਡੇ ਕੋਲ ਕੋਈ ਤਜਰਬਾ ਨਹੀਂ ਹੈਗਾ। ਕਿਸਾਨ ਜਥੇਬੰਦੀਆਂ ਨੇ ਵੱਡੇ ਘੋਲ ਲੜਿਆ, ਠੀਕ ਆ, ਕੁਛ ਦੇ ਉੱਤੇ ਇਲਜ਼ਾਮ ਵੀ ਹੁੰਦੇ ਨੇ, ਉਹ ਇਲਜ਼ਾਮ ਸਾਡੇ ਵਰਗਿਆਂ ਦੇ ਉੱਤੇ ਵੀ ਲੱਗਦੇ ਰਹਿੰਦੇ ਨੇ। ਸੋ ਇਲਜ਼ਾਮ ਸੱਚੇ ਆ ਜਾਂ ਝੂਠੇ ਆ, ਉਹ ਗੱਲਾਂ ਅਲੱਗ ਨੇ। ਸੋ ਕੱਲ ਮੇਰੀ ਅੰਕਲ ਹੈਗੇ ਆ ਕਿਸਾਨ ਜਥੇਬੰਦੀ ਦੇ, ਦਰਸ਼ਨਪਾਲ ਜੀ, ਉਹਨਾਂ ਨਾਲ ਵੀ ਗੱਲ ਹੋਈ। ਉਹਨਾਂ ਨੇ ਵੀ ਮੈਨੂੰ ਸਮਝਾਈਆਂ ਗੱਲਾਂ, ਤੇ ਬੜੇ ਵਧੀਆ ਕਿਸਾਨ ਲੀਡਰ ਨੇ ਉਹ। ਤੇ ਸੋ ਮੈਂ ਇਹੀ ਚੀਜ਼ ਦੇਖੀ ਕਿ ਅਸੀਂ ਇਕੱਲੇ ਲੜਾਂਗੇ। ਮੈਂ ਪਹਿਲਾਂ ਵੀ ਕਿਹਾ ਸੀ ਅਸੀਂ ਮਰਾਂਗੇ। ਗੱਲ ਆ ਕਿ ਸਾਨੂੰ ਇਕੱਠੇ ਮੋਰਚਾ ਫਤਿਹ ਕਰਨ ਦੀ। ਸੋ ਸਾਨੂੰ ਸਾਰਿਆਂ ਨੂੰ ਰਲ ਕੇ ਲੜਨ ਦੀ ਲੋੜ ਆ। ਅਸੀਂ ਅੱਡ-ਅੱਡ ਮੋਰਚੇ ਲਾਵਾਂਗੇ, ਕੁਛ ਨਹੀਂ ਹੋਣਾ ਹੈਗਾ। ਸੋ ਮੈਂ
ਸੋ ਉਹਨਾਂ ਲੋਕਾਂ ਤੋਂ ਵੀ ਮਾਫੀ ਮੰਗਦੀ ਹਾਂ ਜਿਹੜੇ ਮੇਰੀ ਕਾਲ ਤੇ ਉੱਥੇ ਆਏ ਤੇ ਬਾਰਡਰ ਘੇਰਨ ਲਈ ਆਏ ਸੀਗੇ। ਤੇ ਅਸੀਂ ਬਾਰਡਰ ਨੇ ਆਪਸੀ ਮਤਭੇਦ ਹੁੰਦੇ ਨੇ, ਵੀਰੇ ਨੂੰ ਲੱਗਦਾ ਆ ਕਿ ਬਾਰਡਰ ਘੇਰਾਂਗੇ ਤਾਂ ਕੁਝ ਨਹੀਂ ਹੋਊਗਾ, ਪਰ ਮੈਨੂੰ ਇਹ ਲੱਗਦਾ ਕਿ ਕੱਲੀਆਂ ਸਪੀਚ ਸੁਣਨ ਲੋਕ ਨਹੀਂ ਆਉਂਦੇ ਹੈਗੇ। ਅਸੀਂ ਭਾਸ਼ਣ ਤਾਂ ਮੋਦੀ ਵੀ ਬਹੁਤ ਸੋਹਣਾ ਦੇ ਲੈਂਦਾ, ਅਸੀਂ ਇਕੱਲੇ ਉੱਥੇ ਮੰਚ ਲਾਈਏ ਤੇ ਸਪੀਚ ਕਰੀਏ। ਸੋ ਮੇਰੇ ਮਤਭੇਦ ਨੇ, ਮੈਂ ਕਿਸੇ ਨਾਲ ਬੈਸਣਾ ਵੀ ਨਹੀਂ ਚਾਹੁੰਦੀ ਹੈਗੀ, ਮੇਰੀ ਆਪਣੀ ਸੋਚ ਆ। ਸੋ ਮੈਂ ਇਹ ਡਿਸਾਈਡ ਕੀਤਾ ਆ ਕਿ ਸਾਨੂੰ ਤਜਰਬਾ ਘੱਟ ਆ ਤੇ ਅਸੀਂ ਕੋਈ ਵੀ ਨਾਦਾਨ ਐਕਸਪੈਰੀਮੈਂਟ ਨਾ ਕਰੀਏ ਜਿਹਦੇ ਕਰਕੇ ਇਸ ਸੰਘਰਸ਼ ਮੈਂ ਇਨ ਬਿਨ ਜਿਵੇਂ ਵੀ ਹੈਗੀ ਆ ਉਹਨਾਂ ਦੇ ਨਾਲ ਆ। ਤੇ ਮੈਂ ਨਹੀਂ ਚਾਹੁੰਦੀ ਕਿ ਵਿਰੋਧੀਆਂ ਦੀ ਅਸੀਂ ਕਠਪੁਤਲੀ ਬਣ ਜਾਈਏ, ਕਿਉਂਕਿ ਵਿਰੋਧੀ ਧਿਰਾਂ ਜਿਹੜੀਆਂ ਹੈਗੀਆਂ ਨੇ, ਚਾਹੇ ਬੀਜੇਪੀ ਜਾਂ ਜਿਹੜੀ ਵੀ ਹੈ ਜਾਂ ਸਰਕਾਰਾਂ ਨੇ, ਉਹ ਇਹੀ ਦੇਖ ਰਹੀਆਂ ਨੇ ਕਿ ਸਾਰੇ ਜਾਣੇ ਅੱਡ ਪਾੜ ਹੋ ਜਾਣ ਤੇ ਇਸ ਸੰਘਰਸ਼ ਨੂੰ ਢਾਹ ਲੱਗੇ, ਤੇ ਅਸੀਂ ਉਹ ਚੀਜ਼ ਨਹੀਂ ਹੋਣ ਦੇਣੀ। ਅਸੀਂ ਸਾਰੇ ਜਾਣੇ ਇਕੱਠੇ ਆ ਔਰ ਮੇਰੇ ਲਈ ਠੀਕ ਆ, ਮੈਂ ਉਹਨਾਂ ਨਾਲ ਉਸ ਚੀਜ਼ ਤੇ ਨਹੀਂ ਸਹਿਮਤ ਹੋਵਾਂਗੀ। ਮੇਰੇ ਜਿਹੜੇ ਅੱਡ ਵਿਚਾਰ ਆ ਮੈਂ ਦੱਸਦੀ ਰਵਾਂਗੀ, ਬਾਕੀ ਹਰੇਕ ਦਾ ਇੱਕ ਕੰਮ ਹੁੰਦਾ ਤੇ ਮੇਰਾ ਕੰਮ ਹੈ ਕਿ ਮੈਂ ਕਾਨੂੰਨਨ ਤਰੀਕੇ ਉਹਨਾਂ ਨੂੰ ਦੱਸਦੀ ਰਵਾਂ। ਤੇ ਦੂਜੀ ਗੱਲ ਆ ਕਿ ਜਿੱਥੇ ਵੀ ਮੈਨੂੰ ਲੱਗੂਗਾ ਕਿ ਇਹ ਗਲਤ ਆ ਤੇ ਮੈਂ ਉੱਥੇ ਦੱਸਦੀ ਰਵਾਂ ਉਹਨਾਂ ਨੂੰ। ਤੇ ਬਾਕੀ ਜਿਵੇਂ ਕਿਸਾਨ ਜਥੇਬੰਦੀਆਂ ਹੁਕਮ ਕਰਦੀਆਂ ਨੇ, ਜੋ ਕਰ ਰਹੀਆਂ ਨੇ, ਸੋ ਉਸ ਚੀਜ਼ ਦੇ ਨਾਲ ਹੈਗੇ ਆ। ਮੈਂ ਪਹਿਲਾਂ ਵੀ ਕਿਹਾ ਸੀ, ਔਰ ਮੀਡੀਆ ਨੇ ਐਡਾ ਗੰਦਾ ਰੋਲ ਪਲੇ ਕੀਤਾ। ਕੁਛ ਮੀਡੀਆ, ਸਾਰੇ ਦੀ ਗੱਲ ਨਹੀਂ ਕਰਦੀ, ਡੇਲੀ ਪੋਸਟ ਨੇ ਖਾਸ ਕਰਕੇ, ਉਹ ਬਾਰ-ਬਾਰ ਇਸ ਚੀਜ਼ ਤੇ ਫੋਕਸ ਕਰੀ ਗਿਆ ਕਿ ਸਾਰੇ ਜਾਣੇ ਲੜ ਪਏ, ਸਾਰੇ ਜਾਣੇ ਲੜ ਪਏ। ਸੋ ਇਹੋ ਜਿਹਾ ਕੁਛ ਵੀ ਨਹੀਂ ਹੈਗਾ ਕਿ ਕੋਈ ਲੜਿਆ, ਸਾਰੇ ਜਾਣੇ ਇਕੱਠੇ ਆ, ਸਾਰਿਆਂ ਨੂੰ ਦਰਦ ਆ। ਸੋ ਦੂਜੀ ਗੱਲ ਕਿ ਮੈਂ ਨਹੀਂ ਚਾਹੁੰਦੀ ਹੈਗੀ ਕਿ ਇਸ ਚੀਜ਼ ਨੂੰ ਕੋਈ ਕ੍ਰੈਡਿਟ ਵਾਰ ਬਣਾਇਆ ਜਾਵੇ, ਠੀਕ ਹੈ ਜੀ। ਕਿਉਂਕਿ ਨਾ ਤਾਂ ਮੈਂ ਲੀਡਰੀ ਕਰਨੀ ਆ, ਮੈਂ ਤਾਂ ਸਿਰਫ ਬਚਪਨ ਬਚਾਓ ਚਲਾਉਣੀ ਆ, ਜੋ ਮੇਰੀ ਮੇਨ ਮੁਹਿੰਮ ਹੈਗੀ ਆ। ਤੇ ਮੈਂ ਬੱਚਿਆਂ ਲਈ ਕੰਮ ਕਰਦੀ ਆ, ਮੈਂ ਬੱਚਿਆਂ ਲਈ ਕੰਮ ਕਰਨੇ ਆ। ਮੈਂ ਸਿਰਫ ਇੰਨਾ ਕੁ ਹੋ ਸਕਦਾ ਕਿ ਠੀਕ ਆ, ਮੇਰੇ ਜਿਹੜੇ ਵੀ 1.5 ਲੱਖ ਪੇਜ ਦੇ ਉੱਤੇ ਹੈਗੇ ਜਾਂ 2 ਲੱਖ ਹੈਗੇ, ਉਹਨਾਂ ਨੂੰ ਕਿਸਾਨਾਂ ਦਾ ਸੁਨੇਹਾ ਲਾ ਸਕਾਂ ਤੇ ਜੋ ਮੇਰੇ ਵਿਊਜ਼ ਨੇ ਉਹ ਦੇ ਸਕਾਂ, ਤੇ ਜਿੱਥੇ ਮੈਨੂੰ ਕਿਸਾਨ ਜਥੇਬੰਦੀਆਂ ਦਾ ਹੁਕਮ ਹੋਊਗਾ ਉੱਥੇ ਜਾ ਸਕਾਂ। ਜਿੱਦਣ ਦਿੱਲੀ ਵੱਲ ਨੂੰ ਰੁੱਖ ਕਰਨਗੇ ਆਪਾਂ ਉਧਰ ਜਾ ਸਕੀਏ, ਠੀਕ ਹੈ ਨਾ। ਜਿੱਦਾਂ ਦਿੱਲੀ ਵੱਲ ਨੂੰ ਰੁੱਖ ਕਰਨਗੇ, ਮੈਂ ਪਹਿਲਾਂ ਵੀ ਕਿਹਾ ਸੀ, ਮੈਂ ਕਿਸਾਨ ਦੀ ਧੀ ਆ, ਮੈਂ ਪੰਜਾਬ ਦੀ ਧੀ ਆ, ਮੈਨੂੰ ਉਹ ਦਰਦ ਆ, ਠੀਕ ਹੈ। ਸਾਡੇ ਵਾਲੇ ਠੇਕੇ ਤੇ ਦਿੰਦੇ ਆ, ਮੈਨੂੰ ਪਤਾ ਜੇ ਇਹੋ ਜਿਹੇ ਹਾਲਾਤ ਹੋ ਗਏ ਸਾਡੀ ਜ਼ਮੀਨ ਕਿਸੇ ਨੇ ਠੇਕੇ ਤੇ ਵੀ ਨਹੀਂ ਲੈਣੀ ਹੈਗੀ। ਜਿਹੜੇ ਠੇਕੇ ਤੇ ਦਿੰਦੇ ਨੇ NRI, ਉਹਨਾਂ ਲਈ ਆ ਇਹ ਗੱਲ, ਠੀਕ ਹੈ ਨਾ। ਇਸ ਲਈ ਸਾਰਿਆਂ ਨੂੰ ਰਲ ਕੇ ਚੱਲਣ ਦੀ ਲੋੜ ਹੈ, ਮਜ਼ਦੂਰ ਕਿਸਾਨ ਏਕਤਾ ਦੀ ਗੱਲ ਆ। ਸੋ ਸਾਰਿਆਂ ਦਾ ਰਲਣਾ ਜ਼ਰੂਰੀ ਆ ਇਹਦੇ ਵਿੱਚ, ਹੈ ਨਾ। ਇਕੱਲੇ ਲੜਨ ਨਾਲ ਕੁਛ ਨਹੀਂ ਹੋਣਾ ਹੈਗਾ। ਸੋ ਮੈਂ ਉਹਨਾਂ ਚੀਜ਼ਾਂ ਤੇ ਅੱਜ ਵੀ ਹੈਗੀ ਆ, ਮੈਂ ਫਿਰ ਬੋਲਦੀ ਹਾਂ, ਰਿਲਾਇੰਸ ਪੰਪਾਂ ਦਾ ਬਾਈਕਾਟ ਕਰੋ, ਜੀਓ ਨੰਬਰ ਬੰਦ ਕਰੋ, ਪੋਰਟ ਕਰੋ। ਜਿੱਥੇ ਵੀ ਹੁਣ ਪਤਾ ਲੱਗਿਆ ਕਿ ਈਜ਼ੀ ਡੇ ਵੀ ਰਿਲਾਇੰਸ ਨੇ ਖਰੀਦ ਲਿਆ, ਈਜ਼ੀ ਡੇ ਰਿਲਾਇੰਸ ਸਮਾਰਟ ਜਾਂ ਜਿਹੜੇ ਇਹੋ ਜਿਹੇ ਹੈਗੇ ਆ, ਇਹਨਾਂ ਸਾਰਿਆਂ ਨੂੰ ਆਪਣਾ ਕੀ ਕਹਿੰਦੇ ਆ, ਇਹਨਾਂ ਸਾਰਿਆਂ ਦਾ ਬਾਈਕਾਟ ਕਰੋ। ਦੂਜੀ ਜਿਹੜੀ ਗੱਲ ਹੈਗੀ ਹੈ ਕਿ ਜਿਵੇਂ ਕਿਸਾਨ ਜਥੇਬੰਦੀਆਂ ਨੇ ਕਿਹਾ, ਟੋਲ ਪਲਾਜ਼ੇ ਜਿੱਥੇ ਵੀ ਤੁਸੀਂ ਰੋਕ ਸਕਦੇ ਹੋ, ਟੋਲ ਪਲਾਜ਼ੇ ਰੋਕੋ, ਕਿਉਂਕਿ ਉਹਦੇ ਨਾਲ ਇੱਕ ਵਾਰ ਦਾ ਰੈਵਨਿਊ ਬੰਦ ਹੁੰਦਾ ਹੈ ਨਾ, ਤੇ ਇਸ ਚੀਜ਼ ਦਾ ਅਸਰ ਹੋਏਗਾ। ਤੇ ਦੂਜੀ ਜਿਹੜੀ ਗੱਲ ਆ ਕਿ ਹਾਂਜੀ ਓਬਵੀਅਸ ਉਹ ਵੱਡੇ ਨੇ, ਉਹਨਾਂ ਕੋਲ ਸਟ੍ਰੈਟਜੀ ਆ ਲੜਨ ਦੀ, ਤੇ ਅਸੀਂ ਉਸ ਸਟ੍ਰੈਟਜੀ ਨੂੰ, ਮੈਂ ਤਾਂ ਡਿਸੀਜ਼ਨ ਲਿਆ ਆ, ਚਾਹੇ ਕੋਈ ਮੈਨੂੰ ਹੁਣ ਕੁਛ ਵੀ ਬੋਲੇ, ਮੈਨੂੰ ਕੋਈ ਕਵੇ ਕਿ ਮੈਂ ਆਪਣੇ ਆਪ ਨੂੰ ਗਿਰਵੀ ਰੱਖਦਾ ਕਿਸਾਨ ਜਥੇਬੰਦੀਆਂ ਕੋਲ ਜਾਂ ਕੁਛ ਵੀ ਆ, ਮੈਨੂੰ ਕੋਈ ਪਰਵਾਹ ਨਹੀਂ ਗੀ, ਕਿਉਂਕਿ ਮੈਨੂੰ ਪਤਾ ਮੈਨੂੰ ਇਹਨਾਂ ਚੀਜ਼ਾਂ ਦਾ ਐਕਸਪੀਰੀਅੰਸ ਨਹੀਂ ਹੈਗਾ। ਸੋ ਮੈਂ ਕਿਸਾਨ ਜਥੇਬੰਦੀਆਂ ਦੇ ਜਿਹੜੇ ਵਧੀਆ ਹੈਗੇ ਆ, ਮੈਂ ਉਹਨਾਂ ਨੂੰ ਫੋਲੋ ਕਰਨ ਦੀ ਗੱਲ ਕਰਦੀ ਹਾਂ, ਨਾਲ ਆਪਣੇ ਸੁਝਾਅ ਦਿੰਦੇ ਰਵਾਂਗੇ, ਕਿਉਂਕਿ ਡੈਮੋਕ੍ਰੇਸੀ ਆ ਇਹ, ਠੀਕ ਹੈ। ਤੇ ਦੂਜੀ ਗੱਲ, ਜਿਹੜੀ ਮੀਡੀਆ ਨੇ ਇਸ ਚੀਜ਼ ਨੂੰ ਬਣਾ ਕੇ ਦੱਸਿਆ ਕਿ ਸਾਰੇ ਅੱਡ ਪਾਡ ਆ, ਉਹ ਜਸ ਬਾਜਵੇ ਨੇ ਬਾਈਕਾਟ ਕੀਤਾ, ਲੱਖੇ ਬਾਈ ਨੇ, ਇਦਾਂ ਦਾ ਕੁਝ ਵੀ ਨਹੀਂ ਹੋਇਆ, ਕਿਸੇ ਨੇ ਕੋਈ ਬਾਈਕਾਟ ਨਹੀਂ ਕੀਤਾ। ਸਿਰਫ ਇਹ ਆ ਕਿ ਉਹ ਅੱਡ ਜਗ੍ਹਾ ਤੇ ਡਿਊਟੀ ਦੇ ਰਹੇ ਸੀਗੇ, ਜਿੱਥੇ ਉਹਨਾਂ ਦੀ ਲੱਗੀ ਹੋਈ ਆ, ਜੋ ਉਹਨਾਂ ਦਾ ਪਲਾਨ ਸੀਗਾ। ਸੋ ਉਹਨਾਂ ਨੇ ਉਸ ਤਰੀਕੇ ਨਾਲ ਕਰ ਦਿੱਤਾ, ਠੀਕ ਹੈ ਜੀ। ਦੂਜੀ ਗੱਲ ਕਿ ਉਹਨਾਂ ਲੋਕਾਂ ਤੋਂ ਮਾਫੀ ਜਿਹੜੇ ਉੱਥੇ ਘਿਰਾਓ ਕਰਨ ਆਏ ਸੀਗੇ, ਤੇ ਉਹ ਚੀਜ਼ ਨਹੀਂ ਹੋਈ। ਤੇ ਫਿਰ ਦੂਜੀ ਗੱਲ ਹੈ ਕਿ ਸਾਡਾ ਕੰਮ ਓਬਵੀਅਸਲੀ ਗੱਲ ਆ ਸਿਰਫ ਪ੍ਰਚਾਰ ਕਰਨਾ ਹੈ, ਤੇ ਅਸੀਂ ਪ੍ਰਚਾਰ ਕਰਨਾ, ਤੇ ਸਾਡੇ ਕੋਲ ਤਜਰਬੇ ਨਹੀਂ ਹੈਗੇ, ਸਾਡੇ ਕੋਲ ਜਜ਼ਬਾ ਆ, ਮੇਰੇ ਕੋਲ ਜਜ਼ਬਾ ਆ, ਮੇਰੇ ਕੋਲ ਲੜਨ ਦਾ ਜਜ਼ਬਾ ਹੈਗਾ ਆ, ਮੇਰੇ ਕੋਲ ਬੇਬਾਕ ਹੋ ਕੇ ਬੋਲਣ ਦੀ ਤਾਕਤ ਹੈਗੀ ਆ। ਸੋ ਮੇਰੀ ਜਿਹੜੇ ਮੈਨੂੰ ਸੁਣਦੇ ਆ ਜਾਂ ਸਾਰੇ ਇਹੀ ਬੇਨਤੀ ਆ ਕਿ ਆਪਾਂ ਸਾਰੇ ਜਾਣੇ ਰਲ ਕੇ ਲੜਾਈ ਲੜੀਏ,
ਆਪਾਂ ਕੋਸ਼ਿਸ਼ ਕਰੀਏ ਕਿ ਆਲ ਪਾਰਟੀਆਂ ਨੂੰ ਵੀ ਆਪਣੇ ਨਾਲ ਲਾਈਏ ਕਿ ਪੰਜਾਬ ਦੇ ਵਿੱਚੋਂ ਮੂਵਮੈਂਟ ਉੱਠੇ। ਦੂਜੀ ਗੱਲ, ਚਾਂਸਸ ਹੈਗੇ ਆ ਜਿਹੜੇ ਐਮਰਜੈਂਸੀ ਵਾਲੇ, ਜੇ ਚਾਂਸਸ ਹੈਗੇ ਆ ਜੇ ਕੱਲ੍ਹ ਨੂੰ ਐਮਰਜੈਂਸੀ ਵੋਕ ਹੁੰਦੀ ਆ ਸਾਡੇ ਇੱਥੇ ਤਾਂ ਸਾਡੀ ਕੀ ਸਟ੍ਰੈਟਜੀ ਹੋਊਗੀ? ਸਾਡੇ ਸਭ ਤੋਂ ਪਹਿਲਾਂ ਇੰਟਰਨੈਟ ਬੰਦ ਹੋਣਗੇ, ਠੀਕ ਹੈ ਜੀ। ਸਾਡੇ ਇੰਟਰਨੈਟ ਬੰਦ ਹੋਣਗੇ ਤਾਂ ਸਾਡੀ ਸਾਰਿਆਂ ਦੀ ਪਹਿਲੀ ਇਹ ਆ ਕਿ ਸਾਡੇ ਜਿਹੜੇ NRI ਵੀਰ ਭੈਣ ਹੈਗੇ ਆ ਉਹ ਸਾਡੇ ਮੂਵਮੈਂਟ ਨੂੰ ਅੱਗੇ ਹੋ ਕੇ ਚੱਲਣਗੇ, ਕਿਉਂ ਸਾਡੀ ਆਵਾਜ਼ ਬਾਹਰ ਤੱਕ ਜਾਣੀ ਨਹੀਂ। ਫਿਰ ਇਹ NRI ਦਾ ਹੈਗਾ ਕਿ ਉਹ ਇਹ ਰੋਲ ਪਲੇ ਕਰਨਗੇ ਜੇ ਇਹੋ ਜਿਹੀ ਚੀਜ਼ ਹੁੰਦੀ ਆ। ਹੋਰ ਮੇਰੇ ਕੋਲ ਤਾਂ ਕੋਈ ਪਲਾਨ ਵੀ ਹੈ ਨਹੀਂ ਗੇ, ਬਾਕੀਆਂ ਕੋਲ ਹੋਵੇ ਤਾਂ ਉਹਨਾਂ ਨੂੰ ਸਾਂਝਾ ਕਰਨਾ ਚਾਹੀਦਾ। ਮੈਂ ਤਾਂ ਸਿਰਫ ਇੰਨੀ ਗੱਲ ਕਹਿ ਸਕਦੀ ਹਾਂ ਕਿ ਜੇ ਐਮਰਜੈਂਸੀ ਵਾਲੀ ਸਿਚੁਏਸ਼ਨ ਆਉਂਦੀ ਆ ਤਾਂ ਜਿਹੜੇ NRI ਭਾਈਚਾਰਾ ਬੈਠਾ ਆ ਉਹ ਸਾਡੀ ਆਵਾਜ਼ ਨੂੰ ਬੁਲੰਦ ਕਰੇ, ਉਹ ਪੰਜਾਬ ਦੇ ਹਾਲਾਤ ਜਿਹੜੇ ਹੈਗੇ ਆ ਉਹ ਇੰਟਰਨੈਸ਼ਨਲ ਲੈਵਲ, ਕਿਉਂਕਿ ਸਾਡਾ ਜਿਹੜਾ ਗੋਦੀ ਮੀਡੀਆ ਆ ਇਹਨੇ ਕੁਝ ਨਹੀਂ ਦਿਖਾਉਣਾ ਹੈਗਾ, ਠੀਕ ਹੈ ਜੀ। ਗੋਦੀ ਮੀਡੀਆ ਦੀ ਜਿਹੜੀ ਚਾਲਾਂ ਨੇ ਇਹ ਦੇਖੋ ਹੈ ਨਾ, ਇੱਕ ਛੋਟੀ ਜਿਹੀ ਗੱਲ ਹੈ ਨਾ, ਨਿਰਭਿਆਲਾ ਕਾਂਡ ਹੋਇਆ, ਆਏ ਦਿਨ ਨਿੱਕੀਆਂ ਨਿੱਕੀਆਂ ਬੱਚੀਆਂ ਦੇ ਨਾਲ ਰੇਪ ਹੁੰਦੇ ਆ, ਆਏ ਦਿਨ ਇਹੋ ਜਿਹੀਆਂ ਚੀਜ਼ਾਂ, ਕਿਉਂਕਿ ਮੈਂ ਇਸ ਚੀਜ਼ ਨਾਲ ਡੀਲ ਕਰਦੀ ਹਾਂ। ਉਹ ਇੱਕ ਬਣਾ ਦਿੱਤਾ ਹੈ ਨਾ, ਉਹ ਇੱਕ ਬੱਚੀ ਦੀ ਬਲੀ ਦੇ ਦਿੱਤੀ ਗਈ ਤਾਂ ਕਿ ਲੋਕਾਂ ਦਾ ਮੂਵਮੈਂਟ ਤੋਂ ਧਿਆਨ ਭਟਕ ਜੇ। ਬੱਚੀ ਦੀ ਬਲੀ, ਹੋਰ ਪਤਾ ਨਹੀਂ ਕਿੰਨੀਆਂ ਧੀਆਂ ਦੀ ਇਹ ਬਲੀ ਦੇਣਗੇ ਇਹੋ ਜਿਹੀ ਸਿਚੁਏਸ਼ਨ ਲਈ। ਸੋ ਸਾਨੂੰ ਉਹ ਚੀਜ਼ਾਂ ਵੀ ਵਿਚਾਰਨੀਆਂ ਪੈਣਗੀਆਂ, ਮੇਰਾ ਵਿਚਾਰ ਆ। ਕਿਉਂਕਿ ਆਪਣੇ ਜਦੋਂ ਕਿਸਾਨਾਂ ਦਾ 2015 ਦੇ ਵਿੱਚ ਵੱਡਾ ਮੋਰਚਾ ਲੱਗਿਆ ਸੀਗਾ ਤਾਂ ਉਸ ਸਮੇਂ ਬਰਗਾੜੀ ਦੇ ਵਿੱਚ ਇਹਨਾਂ ਨੇ ਸਾਡੀਆਂ ਭਾਵਨਾਵਾਂ ਹਰਟ ਕਰਕੇ ਬਰਗਾੜੀ ਵਾਲਾ ਕਾਂਡ ਖੜਾ ਕਰਤਾ ਸੀਗਾ। ਸੋ ਸਾਨੂੰ ਇਹ ਚੀਜ਼ਾਂ ਸਿਆਸੀ ਚਾਲਾਂ ਸਮਝਣੀਆਂ ਪੈਣਗੀਆਂ, ਸਾਨੂੰ ਬੜੇ ਸਿਆਣੇ ਹੋ ਕੇ ਚੱਲਣਾ ਪਊਗਾ। ਸੋ ਮੇਰੀ ਬਸ ਇਹੀ ਬੇਨਤੀ ਆ ਸਾਰਿਆਂ ਨੂੰ। ਮੈਂ ਦੱਸਣਾ ਚਾਹੁੰਦੀ ਸੀ, ਸ਼ਾਇਦ ਕੁਝ ਲੋਕ ਹੁਣ ਇਸ ਚੀਜ਼ ਕਰਕੇ ਗੁੱਸੇ ਵੀ ਹੋਣਗੇ, ਨਾਰਾਜ਼ ਵੀ ਹੋਣਗੇ। ਮੇਰੀ ਗੱਲ ਇਹੀ ਆ ਕਿ ਮੇਰੇ ਕੋਲ ਤਜਰਬਾ ਘੱਟ ਹੈ ਤੇ ਮੈਂ ਨਹੀਂ ਚਾਹੁੰਦੀ ਹੈਗੀ ਕਿ ਮੈਂ ਮਤਲਬ, ਕਿਉਂਕਿ ਮੈਂ ਸਿਰਫ ਤੇ ਸਿਰਫ ਕਿਸਾਨੀ ਲਈ, ਪੰਜਾਬ ਦੇ ਹਿੱਤਾਂ ਲਈ ਜਾ ਰਹੀ ਹਾਂ। ਸਾਡੀ ਹੋਂਦ ਦੀ ਲੜਾਈ ਆ ਤੇ ਮੈਂ ਨਹੀਂ ਚਾਹੁੰਦੀ ਹੈਗੀ ਕਿ ਉਸ ਚੀਜ਼ ਕਰਕੇ ਕੁਝ ਵੀ ਗਲਤ ਮੈਸੇਜ ਯੂਥ 'ਚ ਜਾਵੇ। ਸੋ ਯੂਥ ਨੂੰ ਇਹੀ ਮੈਸੇਜ ਆ ਕਿ ਅਸੀਂ ਸਾਰੇ ਇਕੱਠੇ ਆ, ਅਸੀਂ ਅੰਦੋਲਨ ਅੱਡ ਨਹੀਂ ਕਰਨਾ। ਜਿਵੇਂ ਵੀ ਹੈ ਸਾਡੀਆਂ ਜਥੇਬੰਦੀਆਂ ਹੁਕਮ ਕਰਨਗੀਆਂ, ਅਸੀਂ ਨਾਲ ਹੈਗੇ ਆ, ਨਾਲ ਰਹਾਂਗੇ। ਤੇ ਦੂਜੀ ਗੱਲ ਕੀ ਓਬਵੀਅਸ ਜੀ ਗੱਲ ਆ, ਜਿੰਨਾ ਕੁ ਵੀ ਮੈਸੇਜ ਕਨਵੇ ਹੋ ਸਕਦਾ ਆ। ਕਈ ਲੋਕ ਕਹਿੰਦੇ ਕਿ ਫੇਸਬੁੱਕ ਤੇ ਬੋਲਣ ਨਾਲ ਕੁਝ ਨਹੀਂ ਹੋਊਗਾ, ਬਹੁਤ ਕੁਝ ਫਰਕ ਪੈਂਦਾ ਵੀਰੇ, ਲੋਕਾਂ ਤੱਕ ਮੈਸੇਜ ਜਾਂਦੇ ਨੇ। ਸੋ ਜਿਵੇਂ ਵੀ ਕਿਸਾਨ ਜਥੇਬੰਦੀਆਂ ਹੁਕਮ ਕਰਨਗੀਆਂ ਅਸੀਂ ਉਵੇਂ ਕਵਾਂਗੇ। ਹੁਣ ਵੈਸੇ ਵੀ ਟਾਈਮ ਇਹੀ ਆ ਕਿ ਅਸੀਂ ਇਕਜੁੱਟ ਹੋ ਕੇ ਲੜਾਈ ਲੜੀਏ, ਅੱਡ-ਅੱਡ ਤੰਬੂ ਨਾ ਗੱਡੀਏ। ਸੋ ਮੈਂ ਨਹੀਂ ਵੀਰੇ ਨਾਲ ਡਿਸਕਸ ਕੀਤਾ ਹੈਗਾ ਕਿਉਂਕਿ ਵੀਰਾ ਫਿਰ ਮੈਨੂੰ ਸਮਝਾ ਲੈਂਦੇ ਆ ਔਰ ਮੈਂ ਹੈਗੀ ਆ ਜਜ਼ਬਾਤੀ, ਮੈਂ ਉਵੇਂ ਮੰਨ ਲੈਂਦੀ ਹਾਂ। ਤੇ ਇਸ ਲਈ ਮੈਂ ਡਿਸਾਈਡ ਕੀਤਾ ਕਿ ਮੈਂ ਕਿਸੇ ਨਾਲ ਗੱਲ ਨਹੀਂ ਕਰੂੰਗੀ, ਮੈਂ ਸਿਰਫ ਆਪਦੀ ਟੀਮ ਦੇ ਨਾਲ ਗੱਲ ਕੀਤੀ ਆ, ਠੀਕ ਹੈ ਜੀ। ਸੋ ਪਲੀਜ਼ ਸਾਡੇ ਜਿਹੜੇ ਬਾਕੀ ਮੁੱਦੇ ਹੈਗੇ ਆ, ਪਰ ਇੱਕ ਟਾਈਮ ਤੇ ਇੱਕ ਹੀ ਘੋਲ ਲੜਿਆ ਜਾ ਸਕਦਾ ਹੈ। ਤੇ ਇਹ ਸਮੇਂ ਜਿਹੜਾ ਸਾਡੀ ਲੜਾਈ ਹੈਗੀ ਆ, ਉਹ ਲੜਾਈ ਕਿਸਾਨੀ ਘੋਲ ਦੀ ਤੇ ਉਹ ਤਿੰਨਾਂ ਬਿੱਲਾਂ ਦੇ ਅਗੇਂਸਟ ਆ। ਪਹਿਲਾਂ ਅਸੀਂ ਇਹ ਜਿੱਤ ਲਈਏ, ਬਾਕੀ ਵੀ ਅਸੀਂ ਜਿੱਤ ਲਾਂਗੇ। ਤੇ ਰਹੀ ਗੱਲ ਜਿਹੜੀ ਆ ਕਿ ਪੰਜਾਬ ਦੇ ਬਾਕੀ ਮੁੱਦੇ, ਉਹ ਬਾਕੀ ਮੁੱਦੇ ਪੰਜਾਬ ਸਰਕਾਰ ਨਾਲ ਲੜੇ ਜਾ ਸਕਦੇ ਨੇ, ਉਹ ਲੜੇ ਜਾ ਸਕਦੇ ਨੇ। ਪਰ ਇਹ ਨਾ ਹੋਵੇ ਕਿ ਜਿਵੇਂ ਸਾਡਾ ਪਾਣੀ ਵਾਲਾ ਕੋਡ ਦੇ ਵਿੱਚ ਕੈਦ ਹੋ ਕੇ ਰਹਿ ਗਿਆ, ਸਾਡਾ ਇਹ ਵੀ ਕੈਦ ਹੋ ਕੇ ਰਹਿ ਜੇ। ਸੋ ਮੈਂ ਜਿੰਨਾ ਕਿ ਵੀ ਹੈਗਾ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਆ। ਸੋ ਮੈਂ ਜਿਵੇਂ ਉਹ ਹੁਕਮ ਕਰਨਗੇ ਉਵੇਂ ਚੱਲਾਂਗੇ, ਕਿਉਂਕਿ ਮੇਰੇ ਕੋਲ ਤਜਰਬਾ ਨਹੀਂ ਹੈਗਾ। ਮੈਂ ਨਹੀਂ ਚਾਹੁੰਦੀ ਹੈਗੀ ਕਿ ਮੈਂ ਕਿਸੇ ਵੀ ਤਰੀਕੇ ਨਾਲ ਯੂਜ਼ ਹੋ ਜਾਂ, ਕਿਉਂਕਿ ਮੈਂ ਪੂਰੇ ਦਿਲ ਤੇ ਜਜ਼ਬਾਤ ਨਾਲ ਲੱਗੀ ਹੋਈ ਹਾਂ। ਜਿਹੜੇ ਮੈਨੂੰ ਜਾਣਦੇ ਆ ਉਹਨਾਂ ਨੂੰ ਪਤਾ ਆ ਕਿ ਮੈਂ ਕਿਹੋ ਜਿਹੀ ਹੈਗੀ ਆ, ਮੈਂ ਬੜੀ ਜਜ਼ਬਾਤੀ ਹੋ ਜਾਂਦੀ ਆ। ਸੋ ਕਈ ਲੋਕਾਂ ਨੂੰ ਮੇਰੇ ਤੋਂ ਬਹੁਤ ਸਾਰੇ ਸ਼ਿਕਵੇ ਵੀ ਹੋਣਗੇ, ਸੋ ਰਹਿਣ ਦਿਓ ਜਿਨ੍ਹਾਂ ਨੂੰ ਸ਼ਿਕਵੇ ਆ। ਸੋ ਜਿਹੜੇ ਲੋਕਾਂ ਨੂੰ ਇਹ ਕਿ ਮੇਰੀ ਟੀਮ ਕਿਹੜੀ ਹੈ, ਮੇਰੀ ਟੀਮ ਸਿਰਫ ਮੇਰੀ ਬਚਪਨ ਬਚਾਓ ਤੇ ਯੂਥ ਆਫ ਪੰਜਾਬ ਹੈਗੀ ਆ। ਬਾਕੀ ਸਾਰੇ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਆ। ਜੋ ਮੈਨੂੰ ਸਹੀ ਲੱਗਦਾ ਮੈਂ ਉਹ ਕੀਤਾ ਤੇ ਮੈਂ ਕਿਸਾਨ ਜਥੇਬੰਦੀਆਂ ਦੇ ਘੋਲ 'ਚ। ਤੇ ਮੈਂ ਫਿਰ ਬੇਨਤੀ ਕਰਦੀ ਹਾਂ ਕਿ ਜਿੱਥੇ ਜਿੱਥੇ ਜਥੇਬੰਦੀਆਂ ਦੇ ਮੋਰਚੇ ਲੱਗੇ ਉੱਥੇ ਉੱਥੇ ਜਾਓ। ਸੋ ਮੈਂ ਜ਼ਰੂਰ ਹੁਣ ਉਹੀ ਗੱਲ ਕਰਾਂਗੀ ਕਿ ਮੈਂ ਸ਼ੰਭੂ ਖੁਰਦ ਕਿਸਾਨ ਜਥੇਬੰਦੀਆਂ ਦੀ ਨੇ ਰੇਲ ਜਾਂ ਵੱਡਾ ਮੋਰਚਾ ਲਾਇਆ ਹੋਇਆ, ਸੋ ਉੱਥੇ ਜਾਵਾਂਗੇ, ਤੁਸੀਂ ਵੀ ਪਹੁੰਚੋ ਉੱਥੇ। ਧੰਨਵਾਦ ਜੀ। ਸੋ ਮੇਰੀਆਂ ਗੱਲਾਂ ਕਿਸੇ ਨੂੰ ਬੁਰੀਆਂ ਲੱਗੀਆਂ ਤਾਂ ਉਹ ਗੱਲ ਇਹ ਆ ਕਿ ਪੋਲੀਟਿਕਸ ਦੇਖੋ, ਮੈਂ ਆਹੀ
ਭਾਜੀ ਨੇ ਵੀ ਕਿਹਾ ਕਿ ਆਪਸ 'ਚ ਪੋਲੀਟਿਕਸ, ਬਿਲਕੁਲ ਮੈਂ ਉਸ ਪੋਲੀਟਿਕਸ ਤੋਂ ਦੂਰ ਹੈ, ਕਿਉਂਕਿ ਨਾ ਤਾਂ ਮੈਂ ਰਾਜਨੀਤੀ ਕਰਨੀ ਆ। ਮੈਂ ਰਾਜਨੀਤੀ ਕਰਨੀ ਹੁੰਦੀ ਮੈਂ ਕਾਂਗਰਸ 'ਚ ਕਰਦੀ, ਟਿਕਟ ਤੱਕ ਆਫਰ ਸੀ, ਸਾਰਾ ਕੁਝ ਵਧੀਆ ਸੀ ਉੱਥੇ, ਹੈ ਨਾ। ਮੈਂ ਰਾਜਨੀਤੀ ਨਹੀਂ ਕਰਨੀ ਤੇ ਮੈਂ ਪੋਲੀਟਿਕਸ 'ਚ ਨਹੀਂ ਪੈਣਾ। ਮੇਰਾ ਇੱਕੋ ਇੱਕ ਮਕਸਦ ਹੈਗਾ, ਮੇਰੀ ਵਕਾਲਤ ਤੇ ਨਾਲ ਮੇਰੀ ਬਚਪਨ ਬਚਾਓ, ਮੈਂ ਹੋਰ ਕੁਝ ਵੀ ਨਹੀਂ ਕਰਨਾ। ਬਿਲਕੁਲ ਦੀਦੀ, ਮੈਂ ਕੱਲ ਉਹੀ ਚੀਜ਼ ਸੋਚੀ ਸੀਗੀ ਕਿ ਮੈਂ ਨਹੀਂ ਚਾਹੁੰਦੀ ਮੇਰੇ ਜਜ਼ਬਾਤ ਕੋਈ ਵਰਤ ਲੇ ਤੇ ਮੈਂ ਸਹੀ ਫੈਸਲਾ, ਇਸੇ ਲਈ ਮੈਂ ਬਹੁਤ ਸੋਚ ਸਮਝ ਕੇ ਅੱਜ ਇਹ ਫੈਸਲਾ ਲਿਆ ਆ ਕਿ ਮੈਂ ਸਿਰਫ ਕਿਸਾਨ ਜਥੇਬੰਦੀਆਂ ਦੇ ਨਾਲ ਆ ਤੇ ਮੈਂ ਨਹੀਂ ਚਾਹੁੰਦੀ ਕਿ ਅੱਡੋ ਪਾੜ ਵਾਲੀਆਂ ਗੱਲਾਂ ਹੋਣ ਤੇ ਇਹੋ ਜਿਹਾ ਕੁਝ ਵੀ ਨਹੀਂ ਹੋਇਆ। ਸੋ ਮੈਂ ਕਿਸੇ ਵੀ ਪੋਲੀਟੀਕਲ ਫਰੰਟ ਦੇ ਨਾਲ ਜਾਂ ਕੋਈ ਵੀ ਜਿਹੜੀਆਂ ਗੱਲਾਂ ਨੇ ਮੈਂ ਨਾਲ ਨਹੀਂ ਜਾ ਸਕਦੀ। ਠੀਕ ਆ, ਸਾਡੇ ਪੰਜਾਬ ਦੇ ਮੁੱਦੇ ਹੈਗੇ, ਮੈਨੂੰ ਵੀ ਲੱਗਦਾ ਆ, ਪਰ ਇਸ ਟਾਈਮ ਕਿਸਾਨੀ ਸਾਡਾ ਵੱਡਾ ਮੁੱਦਾ ਆ ਤੇ ਕਿਸਾਨੀ ਸਾਡੀ ਪਹਿਲੇ ਨੰਬਰ ਤੇ ਆ। ਸੋ ਪਹਿਲਾਂ ਕਿਸਾਨੀ ਦਾ ਘੋਲ ਲੜ ਲਈਏ ਤੇ ਜਿੱਤ ਲਈਏ, ਉਦੋਂ ਬਾਅਦ ਵਿੱਚ ਅਸੀਂ ਬਾਕੀ ਜੰਗਾਂ ਵੀ ਜਿੱਤ ਲਾਂਗੇ ਜਿਵੇਂ ਜਿਵੇਂ ਕਰ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ। ਗੁਰਪਿਆਰੇ, ਅੰਤ ਦਾ ਇੱਕੋ ਗੱਲ ਕਹਿਣਾ ਚਾਹਾਂਗੇ, ਮੀਡੀਆ ਬਹੁਤ ਸਾਰੀਆਂ ਚੀਜ਼ਾਂ ਹੁਣ ਪਬਲਿਸ਼ ਕਰੇਗੀ, ਖਾਸ ਕਰਕੇ ਉਹ ਅਦਾਰੇ ਜੋ ਪੀਲੀ ਪੱਤਰਕਾਰੀ ਬਾਖੂਬ ਕਰਨਾ ਚਾਹੁੰਦੇ ਨੇ, ਜੋ ਸਿਆਸੀ ਤਰ੍ਹਾਂ ਦੇ ਹੱਥ ਠੋਕੇ ਨੇ, ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਆਣਗੇ ਜੋ ਭਰਿਆ ਮੇਲਾ ਲੁੱਟ ਕੇ ਲਿਜਾਣ ਦੀ ਕੋਸ਼ਿਸ਼ ਕਰਨਗੇ, ਜੋ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਨਗੇ, ਜੋ ਦੀਪ ਸਿੱਧੂ ਨੂੰ ਜਾਂ ਹੋਰ ਨਾਮੀ ਬੰਦੇ ਜਿਹੜੇ ਮੋਰਚੇ ਦੇ ਮੋਢੀ ਬਣੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਸਾਡਾ ਇਸ ਵੇਲੇ ਫਰਜ਼ ਹੈ ਕਿ ਜਿਹੜਾ ਨੌਜਵਾਨਾਂ ਨੇ ਹੁਣ ਮੋਰਚਾ ਸਾਂਭਿਆ ਹੈ, ਦਿੱਲੀ ਦੀ ਇੱਟ ਨਾਲ ਇੱਟ ਖੜਕਾਉਣ ਦੀ ਜਿਹੜਾ ਠਾਣ ਲਈ ਹੈ, ਅਸੀਂ ਉਹਨਾਂ ਤੇ ਭਰੋਸਾ ਕਰੀਏ ਤੇ ਉਹਨਾਂ ਦਾ ਸਾਥ ਦਈਏ। ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।